ਹੈਲੋ ਫਰੈਂਡਸ, ਹਾਈ-ਫਾਈ ਜੀਕੇ ਗੁਰੂ ਜੀ ਚੈਨਲ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ। ਆਪ ਸਭ ਨੂੰ ਪਤਾ ਹੀ ਹੈ ਕਿ ਸਾਡੇ ਇਸ ਚੈਨਲ ਰਾਹੀਂ ਮੈਂ ਤੁਹਾਨੂੰ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀਆਂ ਆਲ ਕਲਾਸਿਸ ਦੀਆਂ ਜਿਹੜੀਆਂ ਬੁੱਕਸ ਨੇ ਉਹਦੇ ਵਿੱਚੋਂ ਹਿਸਟਰੀ ਵਾਲਾ ਪਾਰਟ ਹੈ ਜਿਹੜਾ ਉਹ ਕਵਰ ਕਰਵਾ ਰਹੀ ਹਾਂ। ਇਹਦੇ ਵਿੱਚ ਮੈਂ ਤੁਹਾਨੂੰ ਡਿਟੇਲ ਵਿੱਚ ਲੈਸਨ ਵੀ ਪੜ੍ਹਾ ਰਹੀ ਹਾਂ, ਇਹ ਤੋਂ ਬਿਨਾਂ ਕੁਐਸਚਨ ਸੀਰੀਜ਼ ਵੀ ਕਵਰ ਕਰਵਾ ਰਹੀ ਹਾਂ। ਠੀਕ ਹੈ, ਹੁਣ ਮੈਂ ਤੁਹਾਡੇ ਲਈ ਇੱਕ ਨਵੀਂ ਸੀਰੀਜ਼ ਸ਼ੁਰੂ ਕਰੀ ਆ ਜਿਹਦੇ ਵਿੱਚ ਕੀ ਆ ਕਿ ਆਪਾਂ ਹਿਸਟਰੀ ਨਾਲ ਰਿਲੇਟਡ ਜਿੰਨੇ ਵੀ ਇੰਪੋਰਟੈਂਟ ਜਾਂ ਫੇਮਸ ਪਰਸਨ ਨੇ ਉਹਨਾਂ ਬਾਰੇ ਡਿਟੇਲ ਵਿੱਚ ਸਟੱਡੀ ਕਰਾਂਗੇ। ਠੀਕ ਹੈ, ਇਹ ਜਿਹੜੀਆਂ ਵੀਡੀਓਜ਼ ਨੇ ਸਾਰੀਆਂ PS ਟੈਟ ਦੇ ਐਗਜ਼ਾਮ ਦੇ ਲਈ, ਸੀ ਟੈਟ ਦੇ ਐਗਜ਼ਾਮ ਲਈ, ਮਾਸਟਰ ਕੇਡਰ, ETT ਸੈਕਿੰਡ ਐਗਜ਼ਾਮ, ਇਹ ਤੋਂ ਬਿਨਾਂ ਕਿਤੇ ਨਾ ਕਿਤੇ PCS ਦੇ ਐਗਜ਼ਾਮ ਲਈ ਵੀ ਇਹ ਇੰਪੋਰਟੈਂਟ ਨੇ ਬਹੁਤ ਜ਼ਿਆਦਾ। ਤਾਂ ਅੱਜ ਦੀ ਇਸ ਵੀਡੀਓ ਲਈ ਆਪਾਂ ਕੀ ਆ ਕਿ ਇਲਤਤਮਿਸ਼ ਦੇ ਬਾਰੇ ਡਿਸਕਸ ਕਰਾਂਗੇ, ਜਿਹੜਾ ਕੁਤਬਦੀਨ ਐਬਕ ਦਾ ਅੱਗੇ ਉੱਤਰਾਧਿਕਾਰੀ ਬਣਿਆ, ਦਿੱਲੀ ਸਲਤਨਤ ਦਾ ਸੁਲਤਾਨ ਸੀਗਾ ਇਹ। ਇਲਤਤਮਿਸ਼ ਦਾ ਪੂਰਾ ਨਾਂ ਜਿਹੜਾ ਸੀ ਕੀ ਸੀ? ਸ਼ਮਸੁਦੀਨ ਇਲਤਤਮਿਸ਼। ਠੀਕ ਹੈ, ਇਹ ਯਾਦ ਰੱਖਣਾ ਵਾ। ਫਿਰ ਇਹ ਹੈਗਾ ਕਿ ਅਲਵਾਰੀ ਜਾਂ ਇਲਬਰੀ ਕਬੀਲੇ ਦਾ ਇੱਕ ਤੁਰਕ ਸ਼ਾਸਕ ਸੀਗਾ ਇਹ। ਕੁਤਬਦੀਨ ਐਬਕ ਦਾ ਗੁਲਾਮ ਅਤੇ ਦਮਾਦ। ਦੇਖੋ, ਕੁਤਬਦੀਨ ਐਬਕ ਦੇ ਨਾਲ ਉਹਦੇ ਦੋ ਰਿਸ਼ਤੇ ਸੀ, ਇੱਕ ਤਾਂ ਇਹ ਉਹਦਾ ਗੁਲਾਮ ਸੀਗਾ, ਸੈਕਿੰਡ ਨੰਬਰ 'ਤੇ ਉਹਦਾ ਇਹ ਦਮਾਦ ਸੀ। ਪਹਿਲਾਂ ਉਹਨੇ ਇੱਕ ਗੁਲਾਮ ਦੇ ਤੌਰ 'ਤੇ ਇਹਨੂੰ ਖਰੀਦਿਆ ਸੀ, ਜਦੋਂ ਅੱਗੇ ਅੱਗੇ ਇਹਨੇ ਆਪਣੇ ਵਧੀਆ ਕੰਮ ਕੀਤੇ, ਠੀਕ ਆ, ਵਧੀਆ ਰੀਪ੍ਰਜੈਂਟ ਕੀਤਾ ਆਪਣੇ ਆਪ ਨੂੰ, ਤਾਂ ਉਹਨੇ ਜਿਹੜਾ ਸੀ ਕੁਤਬਦੀਨ ਐਬਕ ਨੇ ਇਹਨੂੰ ਆਪਣਾ ਦਮਾਦ ਬਣਾ ਲਿਆ। ਫਿਰ ਹੈ ਬਚਪਨ ਤੋਂ ਸੁੰਦਰ ਅਤੇ ਬੁੱਧੀਮਾਨ ਸੀਗਾ ਜਿਹੜਾ ਇਲਤਤਮਿਸ਼ ਸੀਗਾ। ਠੀਕ ਹੈ, ਇਹਦੀ ਯੋਗਤਾ ਜਿਹੜੀ ਸੀ, ਇਹਦੇ ਕਰਕੇ ਇਹਦੇ ਭਰਾ ਜਿਹੜੇ ਸੀਗੇ, ਖੁਦ ਦੇ ਆਪਣੇ ਭਰਾ, ਉਹ ਵੀ ਇਹਦੇ ਨਾਲ ਕੀ ਸੀ, ਈਰਖਾ ਕਰਨ ਲੱਗ ਗਏ ਸੀ। ਅਤੇ ਉਹਨਾਂ ਨੇ ਕੀ ਕੀਤਾ, ਇਲਤਤਮਿਸ਼ ਦੇ ਭਰਾਵਾਂ ਨੇ ਬਚਪਨ ਵਿੱਚ ਹੀ ਉਸ ਨੂੰ ਬੁਖਾਰਾ ਦੇ ਇੱਕ ਵਪਾਰੀ ਜਲਾਲੁਦੀਨ ਕੋਲ ਵੇਚ ਦਿੱਤਾ। ਹੁਣ ਜਿਹੜਾ ਜਲਾਲੁਦੀਨ ਸੀ ਉਸ ਨੇ ਅੱਗੇ ਇਲਤਤਮਿਸ਼ ਨੂੰ ਹੋਰ ਵਪਾਰੀ ਕੋਲ ਵੇਚ ਦਿੱਤਾ, ਅਤੇ ਉਸ ਵਪਾਰੀ ਤੋਂ ਜਿਹੜਾ ਸੀ ਕੁਤਬਦੀਨ ਐਬਕ ਨੇ ਇਹਨੂੰ ਖਰੀਦ ਲਿਆ। ਕਿਹਨੂੰ? ਇਲਤਤਮਿਸ਼ ਨੂੰ। ਅੱਗੇ ਹੈ ਇਲਤਤਮਿਸ਼ ਨੂੰ ਦਾਸ ਦਾ ਦਾਸ ਕਿਹਾ ਜਾਂਦਾ ਹੈ। ਦੇਖੋ, ਐਗਜ਼ਾਮ ਵਿੱਚ ਕੁਐਸਚਨ ਪੁੱਛ ਲਿਆ ਜਾਂਦਾ ਕਿ ਕਿਹੜਾ ਜਿਹੜਾ ਸੁਲਤਾਨ ਆ ਜਿਹਨੂੰ ਦਾਸ ਦਾ ਦਾਸ ਕਿਹਾ ਜਾਂਦਾ ਵਾ, ਤਾਂ ਤੁਸੀਂ ਯਾਦ ਰੱਖਣਾ ਕਿਹਨੂੰ ਕਿਹਾ ਜਾਂਦਾ? ਇਲਤਤਮਿਸ਼ ਨੂੰ। ਹੁਣ ਕਿਹਾ ਕਿਉਂ ਜਾਂਦਾ? ਦੇਖੋ, ਜਿਹੜਾ ਕੁਤਬਦੀਨ ਐਬਕ ਸੀਗਾ ਉਹਨੇ ਇਲਤਤਮਿਸ਼ ਨੂੰ ਖਰੀਦਿਆ ਨਾ, ਅਤੇ ਜਿਹੜਾ ਕੁਤਬਦੀਨ ਐਬਕ ਸੀ ਉਹਨੂੰ ਕਿਹਨੇ ਖਰੀਦਿਆ ਸੀਗਾ? ਮੁਹੰਮਦ ਗੌਰੀ ਨੇ ਖਰੀਦਿਆ ਸੀ। ਇਹ ਮੁਹੰਮਦ ਗੌਰੀ ਦਾ ਦਾਸ ਸੀਗਾ ਕੁਤਬਦੀਨ ਐਬਕ, ਅਤੇ ਇਲਤਤਮਿਸ਼ ਜਿਹੜਾ ਸੀਗਾ ਇਹ ਕੁਤਬਦੀਨ ਐਬਕ ਦਾ ਦਾਸ ਸੀਗਾ, ਤਾਂ ਕਰਕੇ ਇਹਨੂੰ ਦਾਸ ਦਾ ਦਾਸ ਕਿਹਾ ਜਾਂਦਾ ਵਾ। ਕੁਤਬਦੀਨ ਐਬਕ ਨੇ ਆਪਣੀ ਪੁੱਤਰੀ ਦਾ ਵਿਆਹ ਜਿਹੜਾ ਸੀ ਇਲਤਤਮਿਸ਼ ਨਾਲ ਕੀਤਾ ਸੀ। ਕੁਤਬਦੀਨ ਐਬਕ ਨੇ ਇਲਤਤਮਿਸ਼ ਨੂੰ ਬੰਦਾਊ ਦਾ ਜਿਹੜਾ ਸੀ ਸੂਬੇਦਾਰ ਨਿਯੁਕਤ ਕੀਤਾ ਸੀ। ਕਿੱਥੋਂ ਦਾ? ਬੰਦਾਊ ਦਾ। ਇਹ ਯਾਦ ਰੱਖਣਾ। ਅੱਗੇ ਹੈ ਹੁਣ ਰਾਜਗੱਦੀ ਪ੍ਰਾਪਤ ਕਰਨਾ। 1210 ਈਸਵੀ ਦੇ ਵਿੱਚ ਜਿਹੜਾ ਕੁਤਬਦੀਨ ਐਬਕ ਸੀ ਉਹਦੀ ਮੌਤ ਹੋ ਗਈ ਸੀਗੀ। ਕਿੱਦਾਂ ਹੋਈ ਸੀ ਉਹ ਮੈਂ ਤੁਹਾਨੂੰ ਦੱਸਿਆ ਸੀ ਨਾ, ਕਿ ਪੁੱਲ ਖੇਡਦੇ ਸਮੇਂ ਘੋੜੇ ਤੋਂ ਡਿੱਗ ਕੇ। ਅਤੇ ਉਸ ਦਾ ਪੁੱਤਰ ਜਿਹੜਾ ਆਰਾਮ ਸ਼ਾਹ ਸੀਗਾ ਉਹ ਗੱਦੀ 'ਤੇ ਬੈਠਾ ਸੀਗਾ, ਉਹ ਇੰਨਾ ਯੋਗ ਸ਼ਾਸਕ ਨਹੀਂ ਸੀਗਾ, ਉਹਦੇ ਕਰਕੇ ਫਿਰ ਇਲਤਤਮਿਸ਼ ਨੇ ਕੀ ਕੀਤਾ, ਇਲਤਤਮਿਸ਼ ਨੇ ਕੁਝ ਸਰਦਾਰਾਂ ਦੀ ਸਹਾਇਤਾ ਨਾਲ ਆਰਾਮ ਸ਼ਾਹ ਨੂੰ ਗੱਦੀ ਤੋਂ ਉਤਾਰ ਕੇ ਕੈਦੀ ਬਣਾ ਲਿਆ, ਅਤੇ ਆਪ ਜਿਹੜਾ ਸੀ ਸੁਲਤਾਨ ਬਣ ਗਿਆ। ਹੁਣ ਹੈਗਾ ਇਲਤਤਮਿਸ਼ ਨੇ 1211 ਤੋਂ 1236 ਈਸਵੀ ਤੱਕ ਰਾਜ ਕੀਤਾ। ਦੇਖੋ, ਉਹਨੂੰ ਰਾਜਗੱਦੀ ਤਾਂ ਪ੍ਰਾਪਤ ਹੋ ਗਈ ਸੀ, ਪਰ ਰਾਜਗੱਦੀ ਪ੍ਰਾਪਤ ਕਰਨ ਤੋਂ ਜਾਂ ਉੱਤੇ ਬੈਠਣ ਤੋਂ ਪਹਿਲਾਂ ਉਹਨੂੰ ਬਹੁਤ ਸਾਰੀਆਂ ਔਕੜਾਂ ਦਾ ਸਾਹਮਣਾ ਕਰਨਾ ਪੈ ਗਿਆ ਸੀ। ਜਿਵੇਂ ਜਿਹੜਾ ਰਾਜ ਸੀਗਾ ਉਹ ਬਿਲਕੁਲ ਸੰਗਠਿਤ ਨਹੀਂ ਸੀਗਾ ਉਹਦੇ ਟਾਈਮ ਵਿੱਚ। ਇਹ ਤੋਂ ਬਿਨਾਂ ਕੁਤਬੀ ਅਤੇ ਮੋਜੀ ਅਮੀਰ ਜਿਹੜੇ ਸੀਗੇ ਇੱਕ ਦਾਸ ਹੋਣ ਕਰਕੇ ਉਹਨੂੰ ਸੁਲਤਾਨ ਨਹੀਂ ਮੰਨਦੇ ਸੀਗੇ। ਫਿਰ ਉਹਨੂੰ ਤਾਜੁਦੀਨ ਜਲਦੌਜ ਅਤੇ ਨਸੀਰੁਦੀਨ ਕਵਾਚਾ ਦਾ ਜਿਹੜਾ ਸੀ ਵਿਦਰੋਹ ਦਾ ਸਾਹਮਣਾ ਕਰਨਾ ਪਿਆ ਸੀਗਾ। ਇਹ ਤੋਂ ਬਿਨਾਂ ਬੰਗਾਲ ਦੇ ਵਿਦਰੋਹੀ ਖਿਲਜੀ ਸਰਦਾਰਾਂ ਨੇ ਵੀ ਉਹਦਾ ਵਿਦਰੋਹ ਕੀਤਾ ਸੀਗਾ ਇਲਤਤਮਿਸ਼ ਦਾ। ਠੀਕ ਹੈ, ਜਿਹੜੇ ਸੁਤੰਤਰ ਰਾਜਪੂਤ ਸ਼ਾਸਕ ਸੀਗੇ ਉਹਨੇ ਵੀ ਉਹਨਾਂ ਨੇ ਵੀ ਇਹਦੇ ਲਈ ਔਕੜਾਂ ਖੜੀਆਂ ਕੀਤੀਆਂ ਹੋਈਆਂ ਸੀ। ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਸੀ ਉਹ ਸੀਗਾ ਮੁਗਲਾਂ ਦਾ ਨੇਤਾ ਜਿਹੜਾ ਚੰਗੇਜ਼ ਖਾਂ, ਠੀਕ ਹੈ, ਜਿਹਨੇ ਉਸ ਟਾਈਮ ਦੇ ਵਿੱਚ ਬਹੁਤ ਲੁੱਟਮਾਰ ਮਚਾਈ ਹੋਈ ਸੀਗੀ, ਉਹਦੇ ਤੋਂ ਵੀ ਇਹਦੇ ਰਾਜ ਨੂੰ ਬਹੁਤ ਜ਼ਿਆਦਾ ਖਤਰਾ ਸੀ। ਅਤੇ ਇਲਤਤਮਿਸ਼ ਨੇ ਕੀ ਕੀਤਾ ਕਿ ਸਭ ਤੋਂ ਪਹਿਲਾਂ ਆਪਣੇ ਜਿਹੜੇ ਇਹ ਵਿਦਰੋਹੀ ਸੀ ਇਹਨਾਂ ਨੂੰ ਦਬਾਇਆ, ਅਤੇ ਫਿਰ ਆਪਣੇ ਰਾਜ ਦਾ ਜਿਹੜਾ ਹੈਗਾ ਸੰਪੂਰਨ ਸਥਾਪਨਾ ਕੀਤੀ। ਆਹ ਦੇਖੋ ਅੱਗੇ ਲਿਖਿਆ ਹੋਇਆ ਕਿ ਆਪਣੇ ਦੁਸ਼ਮਣਾਂ ਦਾ ਦਮਨ ਕਰਨ ਤੋਂ ਬਾਅਦ ਇਲਤਤਮਿਸ਼ ਨੇ ਦ੍ਰਿੜ ਸਾਮਰਾਜ ਦੀ ਜਿਹੜੀ ਸੀ ਸਥਾਪਨਾ ਕੀਤੀ। ਅਤੇ 1229 ਈਸਵੀ ਵਿੱਚ ਕੀ ਸੀਗਾ ਕਿ ਬਗਦਾਦ ਦੇ ਖਲੀਫਾ ਨੇ ਉਸ 'ਤੇ ਰਾਜ ਅਧਿਕਾਰ ਨੂੰ ਸਵੀਕਾਰ ਕਰ ਲਿਆ, ਅਤੇ ਉਸਦੇ ਜਿਹੜਾ ਸਤਿਕਾਰ ਲਈ ਇੱਕ ਖਿੱਲਤ ਜਾਂ ਜਿਹਦੀ ਮਤਲਬ ਇੱਕ ਤਰ੍ਹਾਂ ਦੀ ਪੋਸ਼ਾਕ ਹੁੰਦੀ ਹੈ, ਠੀਕ ਆ, ਉਹ ਸਨਮਾਨ ਦੇ ਵਜੋਂ ਇਲਤਤਮਿਸ਼ ਨੂੰ ਭੇਜੀ ਸੀ। ਅੱਗੇ ਹੈ ਕਿ ਖਲੀਫਾ ਨੇ ਇਹਨੂੰ ਖਿੱਲਤ ਦੇਣ ਦੇ ਨਾਲ ਨਾਲ ਜਿਹੜੀ ਸੀ ਇਲਤਤਮਿਸ਼ ਨੂੰ ਇੱਕ ਉਪਾਧੀ ਵੀ ਦਿੱਤੀ ਸੀ। ਉਹ ਕਾਹਦੀ ਉਪਾਧੀ ਦਿੱਤੀ ਉਹਦੇ ਬਾਰੇ ਦੇਖਦੇ ਹਾਂ।
ਖਲੀਫਾ ਇਸ ਨੇ ਜਿਹੜਾ ਸੀਗਾ ਉਹਨੇ ਇਸ ਨੂੰ ਉਪਾਧੀ ਦਿੱਤੀ ਸੀ ਇਲਤਮਸ ਨੂੰ, ਕਾਹਦੀ? ਸੁਲਤਾਨ ਆਜ਼ਮ ਦੀ ਉਪਾਧੀ ਦਿੱਤੀ ਸੀ ਖਲੀਫਾ ਨੇ। ਠੀਕ ਹੈ, ਯਾਦ ਰੱਖਣਾ ਕਿ ਜਿਹੜਾ ਸੀ ਇਲਤੁਤਮਿਸ ਨੂੰ ਕਿਹੜੀ ਉਪਾਧੀ ਮਿਲੀ ਸੀ? ਸੁਲਤਾਨ ਆਜ਼ਮ ਦੀ। ਤੇ ਕਿਹਨੇ ਦਿੱਤੀ ਸੀ? ਬਗਦਾਦ ਦੇ ਖਲੀਫਾ ਨੇ। ਅੱਗੇ ਹੈ, ਇਲਤੁਤਮਿਸ ਨੇ ਖਲੀਫਾ ਦੇ ਸਨਮਾਨ ਲਈ ਆਪਣੇ ਸਿੱਕਿਆਂ ਉੱਤੇ ਉਸਦਾ ਨਾਂ ਲਿਖਵਾ ਦਿੱਤਾ। ਇਲਤੁਤਮਿਸ ਪਹਿਲਾ ਸ਼ਾਸਕ ਸੀ ਜਿਸ ਨੇ ਲਾਹੌਰ ਦੀ ਥਾਂ ਜਿਹੜਾ ਸੀ ਦਿੱਲੀ ਨੂੰ ਆਪਣੀ ਰਾਜਧਾਨੀ ਬਣਾਇਆ ਸੀਗਾ। ਠੀਕ ਹੈ, ਅੱਗੇ ਆਪਾਂ ਦਿੱਲੀ ਦੇ ਬਾਰੇ ਥੋੜ੍ਹੀ ਜਿਹੀ ਡਿਟੇਲ ਦੇਖ ਲੈਂਦੇ ਹਾਂ। 736 ਈਸਵੀ ਵਿੱਚ ਤੋਮਰ ਵੰਸ਼ ਦੇ ਅਨੰਗਪਾਲ ਨੇ ਜਿਹੜਾ ਸੀ ਦਿੱਲੀ ਦੀ ਸਥਾਪਨਾ ਕੀਤੀ ਸੀ। ਉਸ ਸਮੇਂ ਦਿੱਲੀ ਨੂੰ ਜਿਹੜਾ ਸੀ ਢਿੱਲੀਕਾ ਕਿਹਾ ਜਾਂਦਾ ਸੀ। ਅਤੇ 1151 ਈਸਵੀ ਵਿੱਚ ਚੌਹਾਨ ਵੰਸ਼ ਦੇ ਸ਼ਾਸਕ ਵਿਗ੍ਰਹਿ ਰਾਜ ਨੇ ਤੋਮਰਾਂ ਤੋਂ ਜਿਹੜੀ ਦਿੱਲੀ ਸੀ ਉਹ ਖੋਹ ਲਈ ਸੀ ਅਤੇ ਤੋਮਰ ਵੰਸ਼ ਦਾ ਇਸ ਤਰ੍ਹਾਂ ਅੰਤ ਹੋ ਗਿਆ ਸੀ। ਅੱਗੇ ਹੈ, ਇਲਤੁਤਮਿਸ ਨੂੰ ਦਿੱਲੀ ਸਲਤਨਤ ਦਾ ਜਿਹੜਾ ਹੈਗਾ ਵਾਸਤਵਿਕ ਮੋਢੀ ਮੰਨਿਆ ਜਾਂਦਾ ਵਾ। ਇਲਤੁਤਮਿਸ ਨੇ ਤਾਂਬੇ ਦੀ ਜੀਤਲ ਅਤੇ ਚਾਂਦੀ ਦਾ ਟਾਂਕਾ ਨਾਂ ਦੇ ਸਿੱਕੇ ਚਲਾਏ। ਹਾਂਜੀ, ਇਲਤੁਤਮਿਸ ਜਿਹੜਾ ਸੀ ਉਹਨੇ 2 ਸਿੱਕੇ ਚਲਾਏ ਸੀਗੇ, ਤਾਂਬੇ ਦਾ ਜੀਤਲ ਅਤੇ ਚਾਂਦੀ ਦਾ ਟਾਂਕਾ ਨਾਂ ਦੇ ਸਿੱਕੇ ਜਿਹੜੇ ਸੀ ਉਹਨੇ ਚਲਾਏ ਸੀ। ਇਲਤੁਤਮਿਸ ਦਿੱਲੀ ਦਾ ਪਹਿਲਾ ਸੁਲਤਾਨ ਸੀਗਾ ਜਿਹਨੇ ਕੀ ਸੀ ਕਿ ਆਪਣੇ ਸਿੱਕਿਆਂ ਦੇ ਉੱਤੇ ਨਾ ਜਿਹੜੀ ਟਕਸਾਲ ਦਾ ਜਿਹੜਾ ਨਗਰ ਸੀ, ਇੱਥੇ ਟਕਸਾਲ ਸੀ ਜਿੱਥੇ ਸਿੱਕੇ ਬਣਾਏ ਜਾਂਦੇ ਸੀ, ਉਹਦਾ ਨਗਰ ਦਾ ਨਾਂ ਜਿਹੜਾ ਸੀ ਉਹ ਪਵਾਇਆ ਹੋਇਆ ਸੀ। ਫਿਰ ਇਲਤੁਤਮਿਸ ਜਿਹੜਾ ਸੀ ਉਹਨੇ ਸਿੱਕਿਆਂ ਦੇ ਉੱਤੇ ਅਰਬੀ ਭਾਸ਼ਾ ਦੇ ਵਿੱਚ ਕੀ ਸੀ ਕਿ ਸੁਲਤਾਨ ਦਾ ਨਾਂ ਵੀ ਲਿਖਿਆ ਗਿਆ ਸੀ ਉਹਦੇ ਸਿੱਕਿਆਂ ਦੇ ਉੱਤੇ। ਅੱਗੇ ਹੈ, ਇਲਤੁਤਮਿਸ ਜਿਹੜਾ ਸੀਗਾ ਹੁਣ ਉਹਨੇ ਕੀ ਕੀਤਾ ਕਿ ਹੌਜ-ਏ-ਸੁਲਤਾਨੀ ਦਾ ਨਿਰਮਾਣ ਦਿੱਲੀ-ਏ-ਕੁਨਾ ਦੇ ਨੇੜੇ ਕਰਵਾਇਆ ਸੀਗਾ। ਇਲਤੁਤਮਿਸ ਨੇ ਬਗਦਾਦ ਦੇ ਫਖਰੁਲ ਮੁਲਕ ਜਿਹੜਾ ਸੀਗਾ ਇਨਾਮੀ ਨਾਮਕ ਜਿਹੜਾ ਸੀਗਾ ਯੋਗ ਵਿਅਕਤੀ ਸੀਗਾ ਇੱਕ। ਠੀਕ ਹੈ, ਬਗਦਾਦ ਦਾ ਸੀਗਾ ਉਹਨੂੰ ਉਹਨੇ ਕੀ ਬਣਾਇਆ ਸੀ? ਆਪਣਾ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਸੀ। ਕਿਹਨੂੰ? ਫਖਰੁਲ ਮੁਲਕ ਇਨਾਮੀ ਨੂੰ। ਇਲਤੁਤਮਿਸ ਨੇ ਫਖਰੁਲ ਮੁਲਕ ਇਨਾਮੀ ਅਤੇ ਨਿਜ਼ਾਮੁਲ ਮੁਲਕ ਮੁਹੰਮਦ ਜੈਦੀ ਦੀ ਸਹਾਇਤਾ ਦੇ ਨਾਲ ਕੀ ਸੀ? ਰਾਜ ਪ੍ਰਬੰਧ ਦੇ ਕਈ ਵਿਭਾਗ ਸਥਾਪਿਤ ਕੀਤੇ। ਪਹਿਲਾਂ ਤਾਂ ਇਹ ਉਹਦਾ ਪ੍ਰਧਾਨ ਮੰਤਰੀ ਸੀ, ਉਹ ਤੋਂ ਬਾਅਦ ਕੌਣ ਬਣ ਗਿਆ? ਨਿਜ਼ਾਮੁਲ ਮੁਲਕ ਮੁਹੰਮਦ ਜੈਦੀ ਜਿਹੜਾ ਸੀਗਾ ਉਹ ਵੀ ਇਹਦਾ ਪ੍ਰਧਾਨ ਮੰਤਰੀ ਬਣਿਆ ਸੀ ਉਹ ਤੋਂ ਬਾਅਦ, ਫਖਰੁਲ ਤੋਂ ਬਾਅਦ। ਸਭ ਤੋਂ ਮੇਨ ਫੈਕਟ ਆ ਜਿਹੜਾ ਯਾਦ ਰੱਖਣ ਵਾਲਾ ਕਿ ਇਸਨੇ ਇਕਤਾ ਪ੍ਰਣਾਲੀ ਜਿਹੜੀ ਸੀ ਪ੍ਰਚਲਿਤ ਕੀਤੀ ਸੀ, ਜਿਹਦੇ ਅਨੁਸਾਰ ਕੀ ਸੀਗਾ ਕਿ ਵੱਖ-ਵੱਖ ਪ੍ਰਦੇਸ਼ਾਂ ਦੀ ਭੂਮੀ ਜਾਂ ਭੂਮੀਗਰ ਦੀ ਜ਼ਿੰਮੇਵਾਰੀ ਇਕਤਾਦਾਰ ਨਾਮਕ ਜਿਹੜਾ ਸੀ ਤੁਰਕ ਨੂੰ ਸੌਂਪ ਦਿੱਤੀ ਜਾਂਦੀ ਸੀਗੀ। ਕੁਐਸਚਨ ਪੁੱਛ ਲਿਆ ਜਾਂਦਾ ਕਿ ਇਕਤਾ ਪ੍ਰਣਾਲੀ ਸੀ ਜਿਹੜੀ ਕਿਹਨੇ ਸ਼ੁਰੂ ਕੀਤੀ ਸੀ? ਤਾਂ ਉਹ ਇਲਤੁਤਮਿਸ ਨੇ ਸ਼ੁਰੂ ਕੀਤੀ ਸੀ। ਇਕਤਾ ਦਾ ਜਿਹੜਾ ਸ਼ਬਦੀ ਅਰਥ ਉਹ ਕੀ ਹੈ? ਉਹਦਾ ਸ਼ਬਦੀ ਅਰਥ ਹੈ ਹਿੱਸਾ ਜਾਂ ਟੁਕੜਾ। ਇਲਤੁਤਮਿਸ ਨੇ 40 ਯੋਗ ਅਤੇ ਵਫਾਦਾਰ ਗੁਲਾਮ ਤੁਰਕ ਸਰਦਾਰਾਂ ਦੇ ਇੱਕ ਗੁੱਟ ਦਾ ਜਿਹੜਾ ਸੀ ਗਠਨ ਕੀਤਾ ਸੀ ਜਿਸ ਨੂੰ 40 ਜਾਂ ਚਹਿਲਗਾਨੀ ਕਿਹਾ ਜਾਂਦਾ ਜਾਂ ਤੁਰਕਾਨ-ਏ-ਚਹਿਲਗਾਨੀ ਵੀ ਕਿਹਾ ਜਾਂਦਾ ਵਾ। ਦੇਖੋ ਇਹ 2 ਯਾਦ ਰੱਖਣੇ ਕਿ ਇਕਤਾ ਪ੍ਰਣਾਲੀ ਕਿਹਨੇ ਸ਼ੁਰੂ ਕੀਤੀ? ਇਲਤੁਤਮਿਸ ਨੇ। ਇਹ ਜਿਹੜਾ 40 ਆ ਜਾਂ ਚਹਿਲਗਾਨੀ ਆ ਉਹ ਕਿਹਨੇ ਸ਼ੁਰੂ ਕੀਤਾ? ਉਹ ਵੀ ਇਲਤੁਤਮਿਸ ਨੇ ਸ਼ੁਰੂ ਕੀਤਾ। ਇਹ ਹੈ ਕੀ ਸੀਗਾ? ਇਹ ਜਿਹੜਾ ਸੀ 40 ਅਮੀਰਾਂ ਦਾ ਇੱਕ ਗੁੱਟ ਸੀਗਾ ਜਿਹੜਾ ਕੀ ਸੀਗਾ ਕਿ ਸ਼ਾਸਨ ਪ੍ਰਬੰਧ ਚਲਾਉਣ ਦੇ ਵਿੱਚ ਉਹਦੀ ਹੈਲਪ ਕਰ ਰਿਹਾ ਸੀ। ਚਹਿਲਗਾਨੀ ਦੇ 4 ਜਿਹੜੇ ਪ੍ਰਸਿੱਧ ਤੁਰਕੀ ਅਮੀਰ ਸੀਗੇ, ਇਹ ਜ਼ਿਆਦਾ ਪ੍ਰਸਿੱਧ ਸੀ, ਇਹਨਾਂ ਦੇ ਨਾਮ ਦੇਖ ਲੈਂਦੇ ਆਪਾਂ। ਬਦਰੁਦੀਨ ਸ਼ੰਕਰ, ਕਿਸੂਲ ਖਾਂ, ਮੁਹੰਮਦ ਹੁਸੈਨ ਜੁਨੇਦੀ ਅਤੇ ਬਲਬਨ। ਇਹ 4 ਜਿਹੜੇ ਸੀਗੇ ਉਹਦੇ ਪ੍ਰਸਿੱਧ ਜਿਹੜੇ ਸੀਗੇ ਤੁਰਕੀ ਅਮੀਰ ਸੀਗੇ ਉਸ ਟਾਈਮ ਦੇ ਵਿੱਚ। ਠੀਕ ਆ, ਬਲਬਨ ਜਿਹੜਾ ਸੀ ਅੱਗੇ ਜਾ ਕੇ ਉਹਦਾ ਉੱਤਰਾਧਿਕਾਰੀ ਬਣਿਆ ਸੀਗਾ, ਉਹ ਆਪਾਂ ਅੱਗੇ ਪੜ੍ਹਾਂਗੇ। ਅੱਗੇ ਹੈ ਇਲਤੁਤਮਿਸ ਜਿਹੜਾ ਸੀਗਾ ਸੂਫੀ ਸੰਤਾਂ ਦੇ ਪ੍ਰਤੀ ਵੀ ਉਹਨੂੰ ਬਹੁਤ ਸਰਦਾ ਸੀ ਅਤੇ ਉਹਦੇ ਦਾ ਮਤਲਬ ਟਾਈਮ ਦੇ ਵਿੱਚ ਜਿਹੜੇ ਉਹਦੇ ਸਮਕਾਲੀ ਫੇਮਸ ਸੂਫੀ ਸੰਤ ਸੀ ਕਿਹੜੇ ਸੀਗੇ? ਸ਼ੇਖ ਕੁਤਬਦੀਨ ਬਖਤਿਆਰ ਕਾਕੀ, ਕਾਜੀ ਹਮੀਦੁਦੀਨ ਨਗੌਰੀ, ਸ਼ੇਖ ਜਲਾਲੁਦੀਨ ਤਬਰੀਜੀ, ਸ਼ੇਖ ਬਹਾਉਦੀਨ ਜ਼ਕਰੀਆ, ਨਜੀਬੁਦੀਨ ਨਕਸ਼ਬੀ। ਠੀਕ ਹੈ, ਇਹ ਉਹਦੇ ਟਾਈਮ ਦੇ ਜਿਹੜੇ ਸੀਗੇ ਸੂਫੀ ਸੰਤ ਸੀਗੇ। ਇਲਤੁਤਮਿਸ ਨੇ ਕੁਤਬ ਮੀਨਾਰ ਦੀਆਂ 4 ਮੰਜ਼ਿਲਾਂ ਜਿਹੜੀਆਂ ਸੀ ਪੂਰੀਆਂ ਕਰਵਾਈਆਂ ਸੀ। ਪਹਿਲੀ ਮੰਜ਼ਿਲ ਦਾ ਨਿਰਮਾਣ ਕੁਤਬਦੀਨ ਐਬਕ ਨੇ ਕਰਵਾਇਆ ਸੀ, ਬਾਕੀ 4 ਜਿਹੜੀਆਂ ਸੀ ਉਹ ਇਲਤੁਤਮਿਸ ਨੇ ਪੂਰੀਆਂ ਕਰਵਾਈਆਂ ਸੀਗੀਆਂ। ਇਸ ਨੇ ਕੁਤਬ ਮੀਨਾਰ ਤੋਂ 5 ਕਿਲੋਮੀਟਰ ਦੂਰ ਜਿਹੜਾ ਸੀ ਆਪਣੇ ਵੱਡੇ ਪੁੱਤਰ ਨਸੀਰੁਦੀਨ ਮਹਿਮੂਦ ਦਾ ਜਿਹੜਾ ਸੀ ਮਕਬਰਾ ਜਿਹੜਾ ਸੀ ਉਹ ਬਣਵਾਇਆ ਸੀਗਾ। ਅਤੇ ਇਹ ਭਾਰਤ ਵਿੱਚ ਜਿਹੜਾ ਹੈਗਾ ਇੱਕ ਵਿਸ਼ਾਲ ਮਕਬਰੇ ਦਾ ਸਭ ਤੋਂ ਪੁਰਾਣਾ ਨਮੂਨਾ ਮੰਨਿਆ ਜਾਂਦਾ। ਕਿਹੜਾ? ਜਿਹੜਾ ਨਸੀਰੁਦੀਨ ਮਹਿਮੂਦ ਦਾ ਮਕਬਰਾ ਵਾ ਜਿਹੜਾ ਇਲਤੁਤਮਿਸ ਨੇ ਬਣਵਾਇਆ ਸੀ। ਅੱਗੇ ਹੈ ਇਲਤੁਤਮਿਸ ਦੇ ਦਰਬਾਰ ਦੇ ਪ੍ਰਸਿੱਧ ਜਿਹੜੇ ਕਵੀ ਅਤੇ ਵਿਦਵਾਨ ਉਹ ਕਿਹੜੇ ਸੀ ਉਹ ਦੇਖਦੇ ਹਾਂ। ਮਿਨਹਾਜ ਉਸ ਸਿਰਾਜ, ਅਬੂ ਬਕਰ ਬਿਨ ਮੁਹੰਮਦ ਰੂਹਾਨੀ,
ਤਾਜੁਦੀਨ ਦਬੀਰ, ਨਸੀਰੁਦੀਨ ਮੁਹੰਮਦ ਆਬਫੀ, ਖਵਾਜਾ ਅਬੂ ਨਾਸਰੀ। ਇਹ ਜਿਹੜੇ ਸੀ ਉਹਦੇ ਦਰਬਾਰ ਦੇ ਵਿਦਵਾਨ ਸੀਗੇ। ਅੱਗੇ ਹੈ ਇਲਤਤਮਿਸ ਦੇ ਦਰਬਾਰ ਵਿੱਚ ਪ੍ਰਸਿੱਧ ਇਤਿਹਾਸਕਾਰ ਮਿਨਹਾਸ ਉਸ ਸਿਰਾਜ ਨੇ ਜਿਹੜਾ ਸੀ ਤਬਕਾਤ ਨਾਸਰੀ ਦੀ ਰਚਨਾ ਕੀਤੀ ਸੀ। ਹਾਂਜੀ, ਜੇ ਪੁੱਛ ਲਿਆ ਜਾਵੇ ਕਿ ਤਬਕਾਤ ਨਾਸਰੀ ਦੀ ਰਚਨਾ ਕਿਹਨੇ ਕੀਤੀ ਸੀ, ਮਿਨਹਾਜ ਉਸ ਸਿਰਾਜ ਨੇ, ਜਿਹੜਾ ਕਿਹਦੇ ਦਰਬਾਰ ਵਿੱਚ ਸੀ, ਇਲਤਤਮਿਸ ਦੇ ਦਰਬਾਰ ਵਿੱਚ ਇਤਿਹਾਸਕਾਰ ਸੀਗਾ। ਠੀਕ ਆ, ਇਹਦੇ ਤੋਂ ਕੀ ਪਤਾ ਲੱਗਦਾ ਕਿ ਆਰੰਭਿਕ ਮੱਧਕਾਲ ਦੇ ਇਤਿਹਾਸ ਦਾ ਜਿਹੜਾ ਵਾ ਗਿਆਨ ਮਿਲਦਾ ਵਾ। ਇਲਤਤਮਿਸ ਨੇ ਚੰਗੇਜ਼ ਖਾਨ ਨਾਮੀ ਮੰਗੋਲ ਨੇਤਾ ਦੇ ਹਮਲੇ ਨੂੰ ਟਾਲਿਆ ਅਤੇ ਇਹਦਾ ਜਿਹੜਾ ਦੁਸ਼ਮਣ ਸੀਗਾ ਖਵਾਰਿਜ਼ਮ ਸੀਗਾ, ਹੈ ਨਾ, ਖਵਾਰਿਜ਼ਮ ਨਾਂ ਮਤਲਬ ਜਗ੍ਹਾ ਸੀਗੀ, ਉੱਥੋਂ ਦਾ ਸੀਗਾ ਸ਼ਾਹ ਜਲਾਲੁਦੀਨ। ਉਹਨੂੰ ਇਹਨੇ ਕੀ ਸੀ ਕਿ ਸ਼ਰਨ ਨਹੀਂ ਦਿੱਤੀ ਸੀ, ਕਿਉਂਕਿ ਉਹ ਚੰਗੇਜ਼ ਖਾਨ ਦਾ ਦੁਸ਼ਮਣ ਸੀਗਾ। ਠੀਕ ਆ, ਉਹਨਾਂ ਦੀ ਆਪਸ ਵਿੱਚ ਕੋਈ ਪ੍ਰੋਬਲਮ ਸੀ। ਇਹਨੂੰ ਐ ਸੀ ਕਿ ਜੇ ਮੈਂ ਉਹਨੂੰ ਆਪਣੇ ਰਾਜ ਦਰਬਾਰ ਵਿੱਚ ਸ਼ਰਨ ਦੇਊਂਗਾ ਤਾਂ ਚੰਗੇਜ਼ ਖਾਨ ਵਾ ਜਿਹੜਾ ਉਹ ਇਲਤਤਮਿਸ ਦੇ ਰਾਜ ਦਰਬਾਰ 'ਤੇ ਵੀ ਹਮਲਾ ਕਰ ਸਕਦਾ ਸੀ। ਇਸ ਲਈ ਕੀ ਸੀ ਕਿ ਉਹਨੇ ਇਹਨੂੰ ਸ਼ਰਨ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਇਲਤਤਮਿਸ ਨੇ। ਇਸ ਨੇ ਤਰਾਇਨ ਦੇ ਤੀਜੇ ਯੁੱਧ ਵਿੱਚ 1215 ਈਸਵੀ ਵਿੱਚ ਤਾਜੁਦੀਨ ਜਲਦੌਜ ਨੂੰ ਹਰਾਇਆ ਸੀ। ਹੁਣ ਅੱਗੇ ਹੈ ਇਲਤਤਮਿਸ ਦੀ ਮੌਤ ਕਦੋਂ ਹੋਈ, 1236 ਈਸਵੀ ਦੇ ਵਿੱਚ। ਇਲਤਤਮਿਸ ਦੇ ਵਿਦਰੋਹੀ ਖੋਖਰਾਂ ਵਿਰੁੱਧ ਕਾਰਵਾਈ ਕਰਨ ਲਈ ਉੱਤਰ ਪੱਛਮੀ ਪ੍ਰਦੇਸ਼ਾਂ ਵੱਲ ਕੂਚ ਕੀਤਾ, ਪਰੰਤੂ ਰਸਤੇ ਵਿੱਚ ਹੀ ਕੀ ਸੀ ਕਿ ਬਿਮਾਰ ਹੋ ਜਾਣ ਕਾਰਨ ਉਹ ਕੀ ਸੀ ਦਿੱਲੀ ਵਾਪਸ ਆ ਗਿਆ। ਪਰ ਉੱਥੇ ਆ ਕੇ ਜਿਹੜਾ ਸੀਗਾ ਉਹਦੀ ਸਿਹਤ ਜਿਹੜੀ ਸੀ ਜ਼ਿਆਦਾ ਵਿਗੜ ਗਈ, ਜਿਹਦੇ ਕਾਰਨ ਕੀ ਸੀ ਕਿ 30 ਅਪ੍ਰੈਲ 1236 ਈਸਵੀ ਨੂੰ ਉਸਦੀ ਮੌਤ ਹੋ ਗਈ ਸੀਗੀ। ਸੁਲਤਾਨ ਦੇ ਪਦ ਨੂੰ ਅਣਵੰਸ਼ਿਕ ਬਣਾਇਆ ਕਿਹਨੇ, ਇਲਤਤਮਿਸ ਨੇ ਬਣਾਇਆ ਸੀਗਾ। ਨਿਆਂ ਵਾਸਤੇ ਦਰਬਾਰ ਵਿੱਚ ਘੰਟਾ ਲਗਵਾਇਆ ਸੀ ਉਹਨੇ ਇੱਕ, ਠੀਕ ਆ, ਉਹਨੂੰ ਜੰਜੀਰਾਂ ਨਾਲ ਬੰਨਿਆ ਹੋਇਆ ਸੀਗਾ ਅਤੇ ਜਿਹਨੂੰ ਵੀ ਮਤਲਬ ਕੋਈ ਪ੍ਰੋਬਲਮ ਹੁੰਦੀ ਸੀ, ਕਿਸੇ ਨੂੰ ਕੋਈ ਨਿਆਂ ਚਾਹੀਦਾ ਹੁੰਦਾ ਸੀ, ਉਹ ਘੰਟਾ ਖੜਕਾ ਦਿੰਦਾ ਸੀ ਅਤੇ ਇਲਤਤਮਿਸ ਜਿਹੜਾ ਸੀ ਪੂਰੀ ਕੋਸ਼ਿਸ਼ ਕਰਦਾ ਸੀ ਕਿ ਉਸ ਬੰਦੇ ਨੂੰ ਨਿਆਂ ਦਿਵਾਇਆ ਜਾਵੇ। ਉਸ ਦੇ ਸਮੇਂ ਦਿੱਲੀ ਨੂੰ ਹਜ਼ਰਤ ਦਿੱਲੀ ਕਿਹਾ ਜਾਣ ਲੱਗਿਆ। ਇਲਤਤਮਿਸ ਦੇ 2 ਪੁੱਤਰ ਸਨ, ਕੌਣ ਕੌਣ, ਰੁਕਨੁਦੀਨ ਫਿਰੋਜ਼ ਅਤੇ ਬਹਿਰਾਮ ਸ਼ਾਹ। ਅੱਗੇ ਹੈ ਇਲਤਤਮਿਸ ਦੀ ਪੁੱਤਰੀ ਕੌਣ ਸੀ, ਰਜ਼ੀਆ ਸੁਲਤਾਨ, ਅਤੇ ਇਸ ਦਾ ਨਾਮ ਆ ਜਿਹੜਾ ਇਲਤਤਮਿਸ ਨੇ ਚਾਂਦੀ ਦੇ ਸਿੱਕਿਆਂ 'ਤੇ ਵੀ ਅੰਕਿਤ ਕਰਵਾਇਆ ਸੀ। ਹੁਣ ਹੈ ਇਲਤਤਮਿਸ ਆ ਜਿਹੜਾ ਉਹਦਾ ਮਕਬਰਾ ਦਿੱਲੀ ਦੇ ਮਹਿਰੌਲੀ ਨਾਮਕ ਸਥਾਨ 'ਤੇ ਹੈ, ਜਿਸ ਉੱਤੇ ਕੀ ਆ ਕਿ ਕੁਰਾਨ ਦੀਆਂ ਆਇਤਾਂ ਲਿਖੀਆਂ ਹੋਈਆਂ ਹਨ। ਇਸ ਦੇ ਨਾਲ ਹੀ ਮੇਰਾ ਜਿਹੜਾ ਹੈਗਾ ਅੱਜ ਦਾ ਇਹ ਟੌਪਿਕ ਖਤਮ ਹੁੰਦਾ ਵਾ ਅਤੇ ਮੈਂ ਤੁਹਾਡੇ ਲਈ ਜਿਹੜੇ ਹੈਗੇ ਆ ਕੁਐਸਚਨ ਲੈ ਕੇ ਆਈ ਹਾਂ। ਤੁਸੀਂ ਮੈਨੂੰ ਕਮੈਂਟ ਕਰਕੇ ਇਹਨਾਂ ਦੇ ਆਨਸਰ ਦੇਣੇ ਆ। ਜਿਹੜੀ ਆਪਾਂ ਲਾਸਟ ਵੀਡੀਓ ਬਣਾਈ ਸੀ ਕੁਤਬਦੀਨ ਐਬਕ ਦੇ ਬਾਰੇ ਪੜ੍ਹਿਆ ਸੀ ਕਿ ਕੁਤਬਦੀਨ ਐਬਕ ਦੀ ਮੌਤ ਆ ਜਿਹੜੀ ਕਦੋਂ ਹੋਈ। ਹਾਂਜੀ, ਜਿਹਨੂੰ ਇਹਦਾ ਆਨਸਰ ਪਤਾ, ਜਿਹਨੇ ਵੀਡੀਓ ਸੁਣੀ ਹੋਊਗੀ, ਮੈਨੂੰ ਕਮੈਂਟ ਕਰਕੇ ਇਹਦਾ ਆਨਸਰ ਦਿਓ। ਫਿਰ ਹੈ ਕੁਤਬਦੀਨ ਐਬਕ ਦੀ ਮੌਤ ਤੋਂ ਤਤਕਾਲ ਬਾਅਦ ਜਿਹੜਾ ਸੀ ਉਹਦਾ ਉੱਤਰਾਧਿਕਾਰੀ ਕੌਣ ਬਣਿਆ ਸੀ। ਅੱਗੇ ਕੁਤਬਦੀਨ ਐਬਕ ਨੇ ਸੁਲਤਾਨ ਦੀ ਉਪਾਧੀ ਨਾ ਧਾਰਨ ਕਰਦੇ ਹੋਏ ਕਿਹੜੀ ਉਪਾਧੀ ਧਾਰਨ ਕੀਤੀ। ਚੌਥਾ ਹੈ ਕੁਤਬਦੀਨ ਐਬਕ ਨੇ 28 ਦਿਨ ਦਾ ਝੌਂਪੜਾ ਜਿਹੜਾ ਸੀ ਕਿੱਥੇ ਬਣਵਾਇਆ। ਇਹ ਚਾਰੇ ਕੁਐਸਚਨ ਦੇ ਆਨਸਰਸ ਮੈਨੂੰ ਕਮੈਂਟ ਬਾਕਸ ਦੇ ਵਿੱਚ ਦਿਓ ਤਾਂ ਕਿ ਮੈਨੂੰ ਪਤਾ ਲੱਗ ਸਕੇ ਕਿ ਤੁਸੀਂ ਕਿੰਨੀ ਕੁ ਡੀਪਲੀ ਜਿਹੜੀ ਹੈਗੀ ਆ ਸਟੱਡੀ ਕਰ ਰਹੇ ਹੋ। ਆਈ ਹੋਪ ਕਿ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਊਗੀ। ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਮਿਲਦੇ ਹਾਂ ਨੈਕਸਟ ਵੀਡੀਓ 'ਚ। ਥੈਂਕ ਯੂ।